उसने उससे कहा, पुत्री, तेरे विश्वास ने तुझे चंगा किया है। और परमेश्वर की उसी जीवित सामर्थ्य ने इनके जीवन में काम किया और इन्हें कैंसर जैसी लाइलाज बीमारी से आजाद किया। सारिਆਂ ਨੂੰ जय मसीह दी। मेरा नाम गुरदीप सिंह है। ਇਹ ਮੇਰੀ ਵਾਈਫ ਪ੍ਰਵੀਨ ਕੌਰ ਨੇ। ਅਸੀਂ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਾਂ। ਅੱਜ ਮੈਂ ਆਪਣੀ ਵਾਈਫ ਦੇ ਜੀਵਨ ਦੀ ਗਵਾਹੀ ਦੇਣ ਜਾ ਰਿਹਾ ਹਾਂ ਵੀ ਕਿੱਦਾਂ ਮੂੰਹ ਦੇ ਭਿਆਨਕ ਕੈਂਸਰ ਦੇ ਰੋਗ ਤੋਂ ਪਰਮੇਸ਼ਵਰ ਨੇ ਇਹਨਾਂ ਨੂੰ ਮੁਕਤ ਕੀਤਾ ਆ। ਜਨਵਰੀ 2021 ਦੇ ਵਿੱਚ ਮੇਰੀ ਵਾਈਫ ਦੇ ਦੰਦਾਂ ਦੇ ਨੀਚਲੇ ਹਿੱਸੇ ਦੇ ਵਿੱਚ ਤਕਲੀਫ ਰਹਿਣੀ ਸ਼ੁਰੂ ਹੋ ਗਈ ਤੇ ਹੌਲੀ ਹੌਲੀ ਦੰਦ ਹਿੱਲਣੇ ਸ਼ੁਰੂ ਹੋ ਗਏ ਇਹਨਾਂ ਦੇ ਤੇ ਵਿੱਚੋਂ ਦੰਦਾਂ ਦੇ ਗੰਦਾ ਪਦਾਰਥ ਨਿਕਲਣਾ ਸ਼ੁਰੂ ਹੋ ਗਿਆ, ਜਿਹਦੇ ਕਰਕੇ ਬਹੁਤ ਜ਼ਿਆਦਾ ਸਮੈਲ ਆਉਂਦੀ ਸੀਗੀ ਤੇ ਇਹਨਾਂ ਬੁਰਸ਼ ਕਰਨਾ ਤੇ ਉਹਦੇ ਨਾਲ ਦੰਦ ਹੋਰ ਤਕਲੀਫ ਹੁੰਦੀ, ਦਰਦ ਹੁੰਦੀ ਸੀਗੇ ਦੰਦ। ਫਿਰ ਐਸੇ ਕਰਕੇ ਇਹਨਾਂ ਦੇ ਮੂੰਹ ਦੇ ਥੱਲੜੇ ਹਿੱਸੇ 'ਚ ਸੋ ਜਾਣੀ ਸ਼ੁਰੂ ਹੋ ਗਈ। ਫਿਰ ਮੈਂ ਆਪਣੀ ਵਾਈਫ ਨੂੰ ਦੰਦਾਂ ਦੇ ਇੱਕ ਸਪੈਸ਼ਲ ਡਾਕਟਰ ਕੋਲ ਲੈ ਗਿਆ। ਜਦੋਂ ਉਹਨੇ ਜਾ ਕੇ ਛੋਟਾ ਐਕਸਰਾ ਕੀਤਾ ਤੇ ਉਹਨੇ ਸਾਨੂੰ ਕਿਹਾ ਵੀ ਇਹ ਖਤਰੇ ਵਾਲੀ ਗੱਲ ਵੀ ਲੱਗਦੀ ਹੈ, ਖਤਰੇ ਵਾਲੀ ਗੱਲ ਹੈ ਵੀ ਇੱਦਾਂ ਹੋਣਾ ਨਹੀਂ ਚਾਹੀਦਾ, ਵੀ ਦੰਦਾਂ ਦੇ ਹੇਠਲੇ ਪਾਸੇ ਸੋ ਜਾਣੀ ਆਣੀ ਨਹੀਂ ਚਾਹੀਦੀ। ਫਿਰ ਮੈਂ ਆਪਣੀ ਵਾਈਫ ਨੂੰ ਲੁਧਿਆਣੇ ਦੇ ਇੱਕ ਵੱਡੇ ਹਸਪੀਟਲ 'ਚ ਲੈ ਗਿਆ। ਉਹਨਾਂ ਮੇਰੀ ਵਾਈਫ ਦੇ ਮੂੰਹ ਦੇ ਐਕਸਰੇ ਕੀਤੇ ਤਾਂ ਟੈਸਟ ਕੀਤੇ। ਫਿਰ ਡਾਕਟਰ ਨੇ ਦੱਸਿਆ ਸਾਨੂੰ ਤੁਹਾਡੀ ਵਾਈਫ ਦੇ ਮੂੰਹ ਦੇ ਵਿੱਚ ਰਸੌਲੀਆਂ ਬਣ ਚੁੱਕੀਆਂ ਆ, ਜਿਨ੍ਹਾਂ ਦੇ ਵਿੱਚ ਕੈਂਸਰ ਆ, ਜਿਹਦੇ ਨਾਲ ਵੀ ਉਹਦੀ ਜਾਨ ਨੂੰ ਵੀ ਬਹੁਤ ਖਤਰਾ ਆ। ਫਿਰ ਡਾਕਟਰ ਨੇ ਮੈਨੂੰ ਦੱਸਿਆ ਵੀ ਇਹਨਾਂ ਦੇ ਜਿਹੜੇ ਕੈਂਸਰ ਹੋਇਆ ਆ ਉਹਦੇ ਕਰਕੇ ਇਹਨਾਂ ਦੀ ਹੱਡੀ ਗਲਣੀ ਸ਼ੁਰੂ ਹੋ ਗਈ, ਵੀ ਉਹਦਾ ਇੱਕੋ ਇਲਾਜ ਆ ਵੀ ਇਹਨਾਂ ਦਾ ਜਬੜਾ ਕੱਢਣਾ ਪੈਣਾ ਆ ਪੂਰਾ ਆਪਰੇਸ਼ਨ ਕਰਕੇ, ਵੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਮੂੰਹ ਆ ਵਿੱਚ ਵੜ ਜਾਣਾ ਆ। ਜਦੋਂ ਡਾਕਟਰ ਨੇ ਮੈਨੂੰ ਕਿਹਾ ਇਹਨਾਂ ਦਾ ਆਪਰੇਸ਼ਨ ਕਰਕੇ ਇਹਨਾਂ ਦੇ ਜਬਾੜੇ ਦੀ ਹੱਡੀ ਕੱਟ ਕੇ ਕੱਢਣੀ ਪੈਣੀ ਆ ਤੇ ਫਿਰ ਟੈਨਸ਼ਨ 'ਚ ਆ ਗਏ। ਅਸੀਂ ਆਖਿਆ ਹੋਰ ਪਾਸੋਂ ਦਵਾਈ ਲੈ ਕੇ ਦੇਖ ਲੈਂਦੇ ਹਾਂ ਵੀ ਕੀ ਪਤਾ ਦਵਾਈ ਨਾਲ ਠੀਕ ਹੋ ਜੇ। ਫਿਰ ਮੈਂ ਆਪਣੀ ਵਾਈਫ ਨੂੰ ਲੁਧਿਆਣੇ ਦੇ ਇੱਕ ਹੋਰ ਹਸਪੀਟਲ ਦੇ ਵਿੱਚ ਲੈ ਕੇ ਗਿਆ, ਦੰਦਾਂ ਵਾਲੇ ਹਸਪੀਟਲ 'ਚ, ਜਿੱਥੇ ਡਾਕਟਰ ਨੇ ਮੂੰਹ ਦੇ ਐਕਸਰੇ ਕੀਤੇ ਤੇ ਸਾਨੂੰ ਸੇਮ ਉਹਨੇ ਫਿਰ ਆਪਰੇਸ਼ਨ ਬਾਰੇ ਕਿਹਾ। ਤੇ ਫਿਰ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਡਾਕਟਰ ਸਾਹਿਬ ਜੇ ਆਪਰੇਸ਼ਨ ਕਰਕੇ ਜਬੜਾ ਹੀ ਕੱਢਤਾ ਤੇ ਇਹਨਾਂ ਖਾਣਾ ਕੀ ਆ। ਫਿਰ ਡਾਕਟਰ ਨੇ ਮੈਨੂੰ ਦੱਸਿਆ ਵੀ ਇੱਕ ਹੱਲ ਹੈਗਾ ਇਹਦਾ, ਵੀ ਆਪਰੇਸ਼ਨ ਕਰਨ ਤੋਂ ਬਾਅਦ ਜਦੋਂ ਜਬੜਾ ਕੱਢ ਦਾਂਗੇ ਤੇ ਉਹ ਦੁਬਾਰਾ ਬਣ ਸਕਦਾ ਪਲਾਸਟਿਕ ਸਰਜਰੀ ਨਾਲ। ਵੀ ਇਹਨਾਂ ਦੇ ਨਾ ਹਰੇਕ ਇਨਸਾਨ ਦੇ ਇੱਕ ਪਸਲੀ ਵੱਧ ਹੁੰਦੀ ਆ ਕੁਦਰਤ ਵੱਲੋਂ, ਵੀ ਉਹ ਪਸਲੀ ਕੱਟ ਕੇ ਉਹਦਾ ਛੋਟਾ ਜਿਹਾ ਟੋਟਾ ਕੱਢ ਕੇ ਆਪਾਂ ਇੱਥੇ ਜੋੜ ਦਿਆ ਕਰਾਂਗੇ। ਫਿਰ 1 ਮਹੀਨਾ ਠੀਕ ਹੋਇਆ ਕਰੂਗਾ ਉਹ। ਫਿਰ ਠੀਕ ਹੋਣ ਤੋਂ ਬਾਅਦ ਫਿਰ ਇੱਕ ਟੋਟਾ ਕੱਢਿਆ ਕਰਾਂਗੇ, ਉਹ ਜੋੜ ਦਿਆ ਕਰਾਂਗੇ। ਇੱਦਾਂ ਵੀ ਪਸਲੀਆਂ ਨਾਲ ਆਪਰੇਸ਼ਨ ਕਰਕੇ 13 ਤੋਂ 14 ਆਪਰੇਸ਼ਨ ਹੋਣਗੇ ਤੇ ਜਬੜਾ ਇਹਨਾਂ ਦਾ ਬਣ ਜਾਊਗਾ। ਫਿਰ ਡਾਕਟਰ ਨੇ ਮੈਨੂੰ ਦੱਸਿਆ ਵੀ ਇਹਦਾ ਟੋਟਲ ਖਰਚਾ 24 ਤੋਂ 25 ਲੱਖ ਰੁਪਈਆ ਆ ਤੇ 1 ਸਾਲ ਇਹਨਾਂ ਦਾ ਇਲਾਜ ਚੱਲੂਗਾ, ਜਿਹੜਾ 1 ਸਾਲ ਠੀਕ ਹੋਣ ਨੂੰ ਲੱਗੂਗਾ ਇਹਨਾਂ ਦਾ। ਪਰ ਡਾਕਟਰ ਨੇ ਮੈਨੂੰ ਨਾਲ ਇਹ ਵੀ ਕਹਿ ਦਿੱਤਾ ਵੀ ਐਡਾ ਲੰਬਾ ਤੇ ਮਹਿੰਗਾ ਇਲਾਜ ਕਰਾਉਣ ਤੋਂ ਬਾਅਦ ਵੀ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ, ਵੀ ਇਹ ਦੁਬਾਰਾ ਨਹੀਂ ਕੈਂਸਰ ਉੱਠੂਗਾ, ਵੀ ਇਹ ਦੁਬਾਰਾ ਵੀ ਉੱਠ ਸਕਦਾ ਆ, ਵੀ ਇਹ ਅਸੀਂ ਕੁਝ ਲਿਖ ਕੇ ਨਹੀਂ ਦਿਆਂਗੇ, ਨਾ ਕੋਈ ਗਰੰਟੀ ਆ ਸਾਡੀ। ਜਦੋਂ ਦੂਸਰੇ ਹਸਪੀਟਲ ਵਾਲੇ ਡਾਕਟਰਾਂ ਨੇ ਵੀ ਆਹੀ ਗੱਲ ਕਹਿਤੀ ਤੇ ਅਸੀਂ ਬਹੁਤ ਜ਼ਿਆਦਾ ਟੈਨਸ਼ਨ 'ਚ ਆ ਗਏ ਵੀ ਹੁਣ ਇਲਾਜ ਵੀ ਜੇ ਆਪਰੇਸ਼ਨ ਵੀ ਕਰਾਉਂਦੇ ਆ ਤੇ ਕੋਈ ਪੱਕੀ ਗਰੰਟੀ ਨਹੀਂ ਹੈਗੀ ਤੇ ਇੰਨਾ ਮਹਿੰਗਾ ਇਲਾਜ ਤੇ ਪੈਸੇ ਵੀ ਹੈ ਨਹੀਂ ਸੀ। ਬਾਹਲੀ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਗਏ ਤੇ ਅਸੀਂ ਜਦੋਂ ਘਰੇ ਆ ਰਹੇ ਸੀਗੇ ਤਾਂ ਮੇਰਾ ਦਿਲ ਕਰਦਾ ਸੀ ਵੀ ਗੱਡੀ ਜਿਹੜੀ ਆ ਮੈਂ ਕਿਸੇ ਚੀਜ਼ 'ਚ ਮਾਰ ਦਿਆਂ, ਵੀ ਉੱਦਾਂ ਵੀ ਮਰਨਾ ਆ ਤੇ ਇੱਦਾਂ ਵੀ ਮਰ ਜਾਂਦੇ ਆ। ਬਹੁਤ ਜ਼ਿਆਦਾ ਟੈਨਸ਼ਨ 'ਚ ਆ ਗਏ ਵੀ ਪੈਸਾ ਵੀ ਹੈ ਨਹੀਂ ਕੋਲ, ਵੀ ਇੰਨਾ ਮਹਿੰਗਾ ਇਲਾਜ ਵੀ ਕਰਾਉਣਾ ਆ। ਤੇ ਡਾਕਟਰ ਕਹਿੰਦੇ ਸੀ ਵੀ ਫਟਾਫਟ ਕਰਾ ਲਓ, ਇਹ ਹੋਰ ਜ਼ਿਆਦਾ ਵੱਧ ਜਾਣਾ ਆ, ਵੀ ਜਿਹੜਾ ਮੂੰਹ ਦੇ ਵਿੱਚ ਆ ਤੇ ਇਹ ਪੂਰੇ ਸਰੀਰ 'ਚ ਵੀ ਆ ਸਕਦਾ, ਬੋਡੀ 'ਚ ਆ ਸਕਦਾ ਆ ਕੈਂਸਰ। ਤੇ ਸਗੋਂ ਇੰਨੇ ਹਸਪੀਟਲ ਬਦਲਣ ਤੋਂ ਬਾਅਦ ਟੈਨਸ਼ਨ ਦੇ ਵਿੱਚ ਬਹੁਤ ਜ਼ਿਆਦਾ ਆ ਗਏ ਵੀ ਹੁਣ ਕਿਹੜੇ ਡਾਕਟਰ ਕੋਲ ਜਾਈਏ, ਵੀ ਕਿੱਥੇ ਜਾਈਏ। ਉਦੋਂ ਮੇਰਾ ਮੂੰਹ ਪੂਰੀ ਤਰ੍ਹਾਂ ਸੁੱਜ ਚੁੱਕਿਆ ਸੀ ਤੇ ਮੈਨੂੰ ਬਹੁਤ ਜ਼ਿਆਦਾ ਪੇਨ ਰਹਿਣ ਲੱਗ ਗਈ ਸੀ, ਜਿਸ ਕਾਰਨ ਮੈਂ ਸਿਰਫ ਲਿਕੁਇਡ ਚੀਜ਼ਾਂ ਹੀ ਪੀ ਪਾ ਰਹੀ ਸੀ। ਇਸੇ ਕਰਕੇ ਮੇਰੀ ਵਾਈਫ ਤੋਂ ਬੋਲਿਆ ਨਹੀਂ ਜਾਂਦਾ, ਕਿਉਂਕਿ ਮੂੰਹ ਨਹੀਂ ਸੀ ਖੁੱਲਦਾ ਹੈਗਾ। ਜਿਹੜੀ ਵੀ ਗੱਲ ਕਰਨੀ ਇਸ਼ਾਰਿਆਂ ਨਾਲ ਕਰਦੇ ਸੀਗੇ, ਬੱਚਿਆਂ ਨੂੰ ਇਸ਼ਾਰਿਆਂ ਨਾਲ ਬੁਲਾਉਣਾ, ਪਰ ਸਾਨੂੰ ਸਮਝ ਵੀ ਨਹੀਂ ਆਉਂਦੀ ਵੀ ਇਹ ਕੀ ਕਹਿ ਰਹੇ ਆ, ਵੀ ਕੀ ਨਹੀਂ ਕਹਿ ਰਹੇ, ਜਾਂ ਮਾੜੀ ਜਿਹੀ ਆਵਾਜ਼ ਨਿਕਲਦੀ, ਕਿਉਂਕਿ ਮੂੰਹ ਖੁੱਲਦਾ ਨਹੀਂ ਸੀ ਹੈਗਾ ਪੂਰਾ। ਜੇ ਜੋ ਧੱਕਾ ਕਰਦੇ ਸੀ, ਮੂੰਹ ਖੋਲਦੇ ਸੀ ਤਾਂ ਪੱਸ ਬਾਹਰ ਆਉਂਦੀ ਸੀ, ਦਰਦ ਹੁੰਦੀ ਸੀਗੀ ਤਾਂ ਰੋਣ ਲੱਗ ਜਾਂਦੇ ਸੀਗੇ। ਦਿਨ ਬਈ ਦਿਨ ਇਹਨਾਂ ਦੀ ਹਾਲਤ ਹੋਰ ਜ਼ਿਆਦਾ ਵਿਗੜਦੀ ਜਾ ਰਹੀ ਸੀਗੀ। ਕਦੇ ਕਹਿੰਦੀ ਸੀਗੀ ਪਲਾਸ ਨਾਲ ਮੇਰਾ ਦੰਦ ਕੱਢ ਦਿਓ, ਹਿਲਦਾ ਪਿਆ ਹੈ, ਕਦੇ ਇੱਧਰਲਾ ਦੰਦ ਕੱਢ ਦਿਓ। ਜਦੋਂ ਕੰਮ ਤੇ ਜਾਂਦੇ ਹੁੰਦੇ ਸੀ ਤੇ ਮਗਰ ਹੀ ਧਿਆਨ ਰਹਿਣਾ ਵੀ ਹੁਣ ਪਤਾ ਨਹੀਂ ਉੱਤੇ ਰੋਟੀ ਤਾਂ ਖਾਧੀ ਨਹੀਂ ਹੋਣੀ, ਵੀ ਕੀ ਹੋਣਾ ਹਾਲਾਤ ਕਰਦੇ। ਫਿਰ ਕੰਮ ਤੋਂ ਹੀ ਵਾਪਸ ਆ ਜਾਂਦਾ ਸੀ ਮੈਂ। ਜਦੋਂ ਰਾਤ ਹੁੰਦੀ ਸੀ ਤਾਂ ਟੈਨਸ਼ਨ ਪੈ ਜਾਂਦੀ ਸੀ ਵੀ ਇਹਨੇ ਸੋਣਾ ਹੈ ਨਹੀਂ, ਦਰਦ ਨਾਲ ਪੂਰੀ ਰਾਤ ਹੀ ਇਹਨੇ ਜਾਗਦਾ ਰਹਿਣਾ ਤੇ ਉਹਦੇ ਵਿੱਚ ਹੀ ਮੈਨੂੰ ਵੀ ਨੀਂਦ ਨਹੀਂ ਆਉਂਦੀ ਵੀ ਇਹ ਤਕਲੀਫ ਵਿੱਚ ਆ, ਵੀ ਮੈਂ ਕਿੱਦਾਂ ਸੌਂ ਜਾ। ਅਸੀਂ ਬਹੁਤ ਜ਼ਿਆਦਾ ਨਿਰਾਸ਼ ਹੋ ਗਏ ਸੀਗੇ ਵੀ ਹੁਣ ਕੀ ਬਣੂਗਾ, ਵੀ ਇਹ ਬਿਮਾਰੀ ਮੇਰੀ ਵਾਈਫ ਦੀ ਜ਼ਿੰਦਗੀ 'ਚੋਂ ਜਾਊਗੀ ਕਿ ਕੀ ਬਣੂਗਾ। ਬਹੁਤ ਜ਼ਿਆਦਾ ਪਰੇਸ਼ਾਨ, ਬਿਲਕੁਲ ਟੁੱਟ ਚੁੱਕੇ ਸੀਗੇ। ਹਰ ਪਲ ਮਨ ਦੇ ਵਿੱਚ ਖਿਆਲ ਆਉਣੇ ਵੀ ਜੇ ਇਹਨੂੰ ਕੁਝ ਹੋ ਗਿਆ ਵੀ ਬੱਚਿਆਂ ਦਾ ਕੀ ਬਣੂਗਾ, ਵੀ ਜੇ ਬੱਚਿਆਂ ਰੁਲ ਜਾਣੇ ਆ, ਬਿਲਕੁਲ ਬੱਚੇ ਮੇਰੇ ਛੋਟੇ ਛੋਟੇ ਬੱਚੇ ਆ, ਵੀ ਮੈਂ ਕਿੱਦਾਂ ਪਾਲੂੰਗਾ। ਫਿਰ ਇੱਕ ਦਿਨ ਰਾਤ ਨੂੰ ਇੱਦਾਂ ਹੀ ਮੈਨੂੰ ਨੀਂਦ ਨਹੀਂ ਆ ਰਹੀ, 11 ਵਜੇ ਹੋਏ ਸੀ
ਤੇ ਮੈਂ ਬੈਠੇ ਬੈਠੇ, ਕਿਉਂਕਿ ਸਾਂਢੂ ਮੇਰਾ ਬੜੀਆਂ ਗੱਲਾਂ ਕਰਦਾ ਹੁੰਦਾ ਸੀ ਚਰਚ ਬਾਰੇ, ਤਾਂ ਮੈਂ ਕਿਹਾ ਇੱਕ ਵਾਰੀ ਫੋਨ ਲਾ ਕੇ ਦੇਖਦੇ ਆ ਵੀ ਕੀ ਕਹਿੰਦਾ ਆ। ਮੈਂ ਉਹਨੂੰ ਫੋਨ ਲਾਇਆ, ਮੈਂ ਕਿਹਾ ਵੀ ਰਿੰਕੂ ਵੀ ਆਹ ਗੱਲ ਹੋ ਗਈ ਵੀ ਪ੍ਰਵੀਨ ਨੂੰ ਕੈਂਸਰ ਹੋ ਗਈ ਆ, ਕੋਈ ਡਾਕਟਰਾਂ ਨੇ ਇੱਦਾਂ ਗਿਆ। ਉਹ ਕਹਿੰਦਾ ਭਾਜੀ ਇਹ ਤਾਂ ਛੋਟੀ ਜਿਹੀ ਬਿਮਾਰੀ ਆ, ਵੀ ਤੁਸੀਂ ਚਰਚ ਚੱਲੋ ਬੜੇ ਲੋਕ ਠੀਕ ਹੁੰਦੇ ਆ। ਮੈਂ ਕਿਹਾ ਮੈਂ ਇਹਨੂੰ ਆਪਣਾ ਦੁੱਖ ਦੱਸਿਆ ਤੇ ਇਹਨੇ ਮੈਨੂੰ ਮਜ਼ਾਕ ਕਰਤਾ ਵੀ ਇਹ ਛੋਟੀ ਜਿਹੀ ਬਿਮਾਰੀ। ਉਹ ਕਹਿੰਦਾ ਭਾਜੀ ਇਹ ਤੇ ਚਰਚ ਬੜੇ ਲੋਕ ਠੀਕ ਹੁੰਦੇ ਆ, ਇੱਦਾਂ ਦੀਆਂ ਬਿਮਾਰੀਆਂ ਤੇ ਰਸੋਲੀਆਂ, ਪੇਟ 'ਚ ਰਸੋਲੀਆਂ, ਤੇ ਇਹ ਬੜੇ ਲੋਕ ਠੀਕ ਹੁੰਦੇ ਆ। ਮੈਂ ਕਿਹਾ ਅੱਛਾ, ਮੈਨੂੰ ਥੋੜੀ ਜਿਹੀ ਉਮੀਦ ਜਾਗੀ। ਜਦੋਂ ਮੈਂ ਪਹਿਲੀ ਵਾਰ ਆਪਣੀ ਵਾਈਫ ਨੂੰ ਲੈ ਕੇ ਖਾਂਬੜਾ ਚਰਚ ਆਇਆ ਤੇ ਮੈਂ ਆ ਕੇ ਦੇਖਿਆ ਇੱਥੇ ਤਾਂ ਬਹੁਤ ਜ਼ਿਆਦੀਆਂ ਗਵਾਹੀਆਂ ਆ ਰਹੀਆਂ ਸੀਗੀਆਂ ਵੀ ਇੰਨੇ ਲੋਕ ਠੀਕ ਹੋ ਰਹੇ ਨੇ। ਫਿਰ ਅਸੀਂ ਵੀ ਸੋਚਿਆ ਵੀ ਅਸੀਂ ਵੀ ਇੱਥੇ ਠੀਕ ਹੋਣਾ ਆ, ਵੀ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਫਿਰ ਅਸੀਂ ਲਗਾਤਾਰ ਰੈਗੂਲਰ ਅਸੀਂ ਚਰਚ ਆਉਣ ਲੱਗ ਗਏ, ਕੋਈ ਮੀਟਿੰਗ ਅਸੀਂ ਮਿਸ ਨਹੀਂ ਕਰਦੇ। ਫਿਰ 25 ਅਪ੍ਰੈਲ 2021 ਨੂੰ ਅਸੀਂ ਖਾਂਬੜਾ ਚਰਚ ਦੀ ਮੀਟਿੰਗ ਆਨਲਾਈਨ ਅਟੈਂਡ ਕਰ ਰਹੇ ਸੀਗੇ, ਜਿਹਦੇ ਵਿੱਚ ਪਰਮੇਸ਼ਵਰ ਦੇ ਦਾਸ ਨੇ ਖਾਸ ਕੈਂਸਰ ਦੇ ਰੋਗੀਆਂ ਵਾਸਤੇ ਪ੍ਰੇਅਰ ਕੀਤੀ ਸੀ ਵੀ ਤੁਹਾਨੂੰ ਆਪਰੇਸ਼ਨ ਦੀ ਲੋੜ नहीं पैनी। मैं देख रहा हूं आपको कैंसर से आपको आजाद होते हुए, आपको किसी ऑपरेशन की, ट्रांसप्लांट की जरूरत नहीं पड़ने वाली होली स्पिरिट दिखा रहा, आप हील हो रहे हैं राइट नाउ। जिस टाइम परमेश्वर दे दास ने वो शब्द बोले, उस टाइम मैं अपनी वाइफ ਨੂੰ ਕਿਹਾ ਵੀ ਇਹ ਪਰਮੇਸ਼ਵਰ ਦੇ ਦਾਸ ਨੇ ਸ਼ਬਦ ਬੋਲੇ ਆ, ਇਹ ਤੇਰੇ ਲਈ ਆ। ਤੇ ਅਸੀਂ ਉਸੇ ਟਾਈਮ ਹੀ ਉਹਨਾਂ ਸ਼ਬਦਾਂ ਨੂੰ ਰਿਸੀਵ ਕੀਤਾ। ਜਿੱਦਾਂ ਅਸੀਂ ਉਹਨਾਂ ਸ਼ਬਦਾਂ ਨੂੰ ਰਿਸੀਵ ਕੀਤਾ, ਮਨ 'ਚ ਬਹੁਤ ਖੁਸ਼ੀ ਹੋਈ ਵੀ ਉਹ ਸ਼ਬਦ ਸਾਡੇ ਵਾਸਤੇ ਆ। ਉਸ ਪ੍ਰੇਅਰ ਨੂੰ ਰਿਸੀਵ ਕਰਨ ਤੋਂ ਬਾਅਦ ਮੇਰੀ ਰਿਕਵਰੀ ਹੋਣੀ ਸ਼ੁਰੂ ਹੋ ਗਈ। ਉਸ ਦਿਨ ਤੋਂ ਬਾਅਦ ਮੈਂ ਬਿਲਕੁਲ ਠੀਕ ਹਾਂ ਤੇ ਮੂੰਹ ਦੇ ਕੈਂਸਰ ਤੋਂ ਬਿਲਕੁਲ ਆਜ਼ਾਦ ਹਾਂ। ਹੁਣ ਨਾ ਮੇਰੇ ਮੂੰਹ ਤੇ ਸੋਜ ਆ ਤੇ ਨਾ ਦੰਦ ਹਿਲਦੇ ਆ ਤੇ ਨਾ ਹੀ ਮੂੰਹ ਦੇ ਵਿੱਚੋਂ ਗੰਦਾ ਪਦਾਰਥ ਨਿਕਲਦਾ ਹੈ। ਹੁਣ ਮੈਂ ਬੋਲ ਪਾ ਰਹੀ ਹਾਂ ਚੰਗੀ ਤਰ੍ਹਾਂ ਤੇ ਖਾਣਾ ਪੀਣਾ ਵੀ ਖਾ ਰਹੀ ਹਾਂ। ਮੇਰੀ ਵਾਈਫ ਦੇ ਠੀਕ ਹੋਣ ਤੋਂ ਕੁਝ ਕੁ ਮਹੀਨੇ ਬਾਅਦ ਡਾਕਟਰ ਦਾ ਫੋਨ ਆਇਆ ਵੀ ਕਹਿੰਦਾ ਵੀ ਤੁਸੀਂ ਆਪਰੇਸ਼ਨ ਕਰਾ ਲਿਆ ਕਿ ਨਹੀਂ ਹਲੇ। ਤੇ ਮੈਂ ਕਿਹਾ ਵੀ ਆਪਰੇਸ਼ਨ ਦੀ ਲੋੜ ਨਹੀਂ ਪਈ, ਵੀ ਵਾਈਫ ਮੇਰੀ ਬਿਲਕੁਲ ਠੀਕ ਹੋ ਗਈ। ਜਦੋਂ ਮੈਂ ਡਾਕਟਰ ਨੂੰ ਦੱਸਿਆ ਵੀ ਮੇਰੀ ਵਾਈਫ ਕੈਂਸਰ ਦੇ ਰੋਗ ਤੋਂ ਬਿਲਕੁਲ ਠੀਕ ਹੋ ਗਈ, ਤਾਂ ਡਾਕਟਰ ਵੀ ਹੈਰਾਨ ਹੋ ਗਿਆ ਵੀ ਇੱਦਾਂ ਹੋ ਕਿੱਦਾਂ ਸਕਦਾ ਆ। ਉਹ ਮੈਨੂੰ ਕਹਿੰਦਾ ਤੇਰਾ ਦਿਮਾਗ ਖਰਾਬ ਹੋ ਗਿਆ, ਇੱਦਾਂ ਕਿੱਦਾਂ ਹੋ ਜਾਊਗਾ, ਵੀ ਬਿਨਾਂ ਆਪਰੇਸ਼ਨ ਤੋਂ ਉਹਦਾ ਕੋਈ ਇਲਾਜ ਨਹੀਂ, ਉਹਦਾ ਸਿਰਫ ਆਪਰੇਸ਼ਨ ਇਲਾਜ ਆ, ਵੀ ਉਹ ਹੱਡੀ ਗਲ ਚੁੱਕੀ ਆ, ਵੀ ਉਹ ਕੱਟਣੀ ਪੈਣੀ ਆ, ਹੋਰ ਕੋਈ ਹੱਲ ਨਹੀਂ। ਮੈਂ ਕਿਹਾ ਨਹੀਂ, ਪਰਮੇਸ਼ਵਰ ਨੇ ਠੀਕ ਕਰਤਾ, ਕੈਂਸਰ ਹੁਣ ਬਿਲਕੁਲ ਖਤਮ ਹੋ ਗਿਆ, ਕੈਂਸਰ ਦਾ ਰੋਗ ਨਹੀਂ ਹੈਗਾ। ਉਸ ਦਿਨ ਤੋਂ ਬਾਅਦ ਮੇਰੀ ਵਾਈਫ ਬਿਲਕੁਲ ਠੀਕ ਆ, ਉਸ ਮੂੰਹ ਦੇ ਕੈਂਸਰ ਦੇ ਰੋਗ ਤੋਂ ਬਿਲਕੁਲ ਫਰੀ ਆ, ਖਾ ਪੀ ਪਾ ਰਹੀ ਆ, ਬੋਲ ਪਾ ਰਹੀ ਆ ਤੇ ਕੋਈ ਤਕਲੀਫ ਨਹੀਂ, ਨਾ ਕੋਈ ਦੰਦ ਹਿੱਲ ਰਿਹਾ। ਜਿਹੜੇ ਲੋਕ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹਨ, ਮੈਂ ਉਹਨਾਂ ਨੂੰ ਇਹ ਗਵਾਹੀ ਦੇਣੀ ਹਾਂ ਕਿ ਪਰਮੇਸ਼ਵਰ ਦੇ ਘਰ ਆਓ। ਪਰਮੇਸ਼ਵਰ ਹੀ ਜ਼ਿੰਦਾ ਖੁਦਾ ਹੈ ਤੇ ਪਰਮੇਸ਼ਵਰ ਹੀ ਤੁਹਾਨੂੰ ਆਜ਼ਾਦ ਕਰੇਗਾ। ਹੁਣ ਮੈਂ ਤੇ ਮੇਰੀ ਵਾਈਫ ਤੇ ਮੇਰੇ ਬੱਚੇ, ਸਾਡਾ ਸਾਰਾ ਪਰਿਵਾਰ ਬਹੁਤ ਖੁਸ਼ ਆ। ਮੇਰੀ ਵਾਈਫ ਦੀ ਇਸ ਵੱਡੀ ਚੰਗਿਆਈ ਵਾਸਤੇ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਤੇ ਪਰਮੇਸ਼ਵਰ ਦੇ ਦਾਸ ਦਾ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। जैसे कि बाइबल में लिखा है, जो मनुष्य से नहीं हो सकता वो परमेश्वर से हो सकता है। ये वचन परमेश्वर ने इनके जीवन में पूरा किया और इन्हें शादी के 8 सालों बाद बेटे के साथ आशीषित किया। तो आइए हम सुनते हैं इनके मार्वलस टेस्टमनी को। ਸਾਰਿਆਂ ਨੂੰ ਜੈ ਮਸੀਹ ਕੀ ਜੀ। ਮੇਰਾ ਨਾਮ ਸੰਦੀਪ ਚੌਹਾਨ ਹੈ, ਇਹ ਮੇਰੇ ਵਾਈਫ ਨੇ, ਇਹਨਾਂ ਦਾ ਨਾਮ ਰਾਜਵੰਤ ਕੌਰ ਹੈ। ਅਸੀਂ ਫਗਵਾੜੇ ਦੇ ਰਹਿਣ ਵਾਲੇ ਹਾਂ। ਅਸੀਂ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਗਵਾਹੀ ਦੇਣ ਆਏ ਹਾਂ। ਅਪ੍ਰੈਲ 2014 ਵਿੱਚ ਸਾਡੀ ਮੈਰਿਜ ਹੋਈ। ਵਿਆਹ ਤੋਂ ਬਾਅਦ ਅਸੀਂ ਬਹੁਤ ਖੁਸ਼ ਸੀ। ਫਿਰ ਅਸੀਂ ਬੇਬੀ ਪਲਾਨ ਕੀਤਾ। ਜੂਨ 2014 ਵਿੱਚ ਇਹ ਫਸਟ ਟਾਈਮ ਪ੍ਰੈਗਨੈਂਟ ਹੋਏ। ਵਿਆਹ ਤੋਂ ਬਾਅਦ ਜਦੋਂ ਮੈਂ ਫਸਟ ਟਾਈਮ ਪ੍ਰੈਗਨੈਂਟ ਹੋਈ ਤੇ ਮੈਂ ਔਰ ਮੇਰਾ ਪੂਰਾ ਪਰਿਵਾਰ ਬਹੁਤ ਖੁਸ਼ ਸੀ। ਹੋਰ ਇੱਦਾਂ ਹੀ ਪ੍ਰੈਗਨੈਂਸੀ ਖੁਸ਼ੀ ਨਾਲ ਚੱਲੀ ਜਾ ਰਹੀ ਸੀ। ਜਦੋਂ ਤੀਸਰਾ ਮੰਥ ਲੱਗਾ ਉਦੋਂ ਮੈਨੂੰ ਅਚਾਨਕ ਹੀ ਬਲੀਡਿੰਗ ਹੋਣੀ ਸ਼ੁਰੂ ਹੋ ਗਈ। ਜਦੋਂ ਮੈਨੂੰ ਬਲੀਡਿੰਗ ਹੋਣੀ ਸਟਾਰਟ ਹੋ ਗਈ, ਫਿਰ ਮੇਰੇ ਹਸਬੈਂਡ ਮੈਨੂੰ ਡਾਕਟਰ ਕੋਲ ਲੈ ਕੇ ਗਏ ਤੇ ਡਾਕਟਰ ਨੇ ਕਿਹਾ ਕਿ ਸਕੈਨ ਕਰਾਓ। ਸਕੈਨ ਲਿਖ ਕੇ ਦਿੱਤੀ ਡਾਕਟਰ ਨੇ। ਜਦੋਂ ਸਕੈਨ ਕਰਾਈ ਤੇ ਉਹਦੇ ਵਿੱਚ ਮਿਸਕੈਰੇਜ ਹੋਇਆ ਸੀ। ਜਦੋਂ ਮੇਰਾ ਮਿਸਕੈਰੇਜ ਹੋ ਗਿਆ ਤੇ ਮੈਂ ਬਹੁਤ ਦੁਖੀ ਸੀ, ਬਹੁਤ ਰੋਂਦੀ ਪਈ ਸੀ। ਜਦੋਂ ਮੈਨੂੰ 2 ਦਿਨਾਂ ਬਾਅਦ ਹਸਪੀਟਲ ਤੋਂ ਛੁੱਟੀ ਮਿਲੀ ਤੇ ਮੇਰੇ ਹਸਬੈਂਡ ਮੈਨੂੰ ਘਰੇ ਲੈ ਕੇ ਆਏ
ਤੇ ਘਰ ਆ ਕੇ ਮੇਰਾ ਫਸਟ ਬੇਬੀ ਸੀ ਤੇ ਮੈਂ ਇਹੀ ਸੋਚ ਵਿੱਚ ਰਹਿੰਦੀ ਸੀ ਕਿ ਮੇਰਾ ਫਸਟ ਬੇਬੀ ਇੱਦਾਂ ਹੋ ਗਿਆ ਕਿ ਖਰਾਬ ਹੋ ਗਿਆ। ਮੈਂ ਬਹੁਤ ਦੁਖੀ ਸੀ। ਫਸਟ ਮਿਸਕੈਰੇਜ ਦੇ ਕੁਝ ਮਹੀਨਿਆਂ ਬਾਅਦ ਫਿਰ ਮੈਂ ਸੈਕਿੰਡ ਟਾਈਮ ਪ੍ਰੈਗਨੈਂਟ ਹੋਈ। ਫਿਰ ਇੱਦਾਂ ਹੀ ਹੋਇਆ ਕਿ ਤੀਸਰੇ ਮੰਥ ਵਿੱਚ ਫਿਰ ਮੈਨੂੰ ਬਲੀਡਿੰਗ ਹੋਣੀ ਚਾਲੂ ਹੋ ਗਈ। ਫਿਰ ਮੇਰੇ ਹਸਬੰਡ ਮੈਨੂੰ ਡਾਕਟਰ ਕੋਲ ਲੈ ਕੇ ਗਏ। ਫਿਰ ਉਹਨਾਂ ਨੇ ਸਕੈਨ ਲਿਖਤੀ ਸੀ, ਸਕੈਨ ਲਿਖੀ ਤੇ ਉਹ ਫਿਰ ਸਕੈਨ ਵਿੱਚ ਇੱਦਾਂ ਹੀ ਹੋਇਆ, ਮਿਸਕੈਰੇਜ ਆਇਆ। ਫਿਰ ਮੈਨੂੰ ਜਦੋਂ ਮੇਰੀ ਵਾਈਫ ਦਾ ਦੂਸਰੀ ਵਾਰੀ ਫਿਰ ਮਿਸਕੈਰੇਜ ਹੋ ਗਿਆ ਤੇ ਘਰ ਦੇ ਵਿੱਚ ਸਾਡੇ ਬਹੁਤ ਸਨਾਟਾ ਜਿਹਾ ਛਾ ਗਿਆ। ਹਰ ਕੋਈ ਦੁਖੀ ਰਹਿੰਦਾ ਸੀ ਕਿ ਇਦਾਂ ਬਾਰ-ਬਾਰ ਸਾਡੇ ਨਾਲ ਇਦਾਂ ਕਿਉਂ ਹੋ ਰਿਹਾ। ਚਲੋ ਪਹਿਲੀ ਵਾਰੀ ਤਾਂ ਮਿਸ ਹੈਪਨਿੰਗ ਮੰਨ ਸਕਦੇ ਆ, ਸੈਕਿੰਡ ਟਾਈਮ ਵੀ ਇਦਾਂ ਕਿਉਂ ਹੋ ਗਿਆ ਸਾਡੇ ਨਾਲ। ਇਸੇ ਤਰ੍ਹਾਂ ਮੇਰੀ ਵਾਈਫ ਲਗਾਤਾਰ 5 ਵਾਰੀ ਪ੍ਰੈਗਨੈਂਟ ਹੋਏ ਤੇ 2 ਤੋਂ 4 ਮਹੀਨਿਆਂ ਦੇ ਵਿੱਚ ਉਹ ਮਿਸਕੈਰੇਜ ਹੁੰਦੇ ਰਹੇ। ਅਸੀਂ ਬਹੁਤ ਪਰੇਸ਼ਾਨ ਹੋ ਗਏ ਤੇ ਸਾਡੇ ਨਾਲ ਹੋ ਕੀ ਰਿਹਾ। ਜਦੋਂ ਮੇਰੀ ਵਾਈਫ ਦੇ 5 ਮਿਸਕੈਰੇਜ ਹੋ ਗਏ ਸਾਡੀ ਆਸ ਖਤਮ ਹੋ ਚੁੱਕੀ ਸੀ, ਮਤਲਬ ਕਿ ਸਾਡੇ ਘਰ ਬੇਬੀ ਨਹੀਂ ਹੋ ਸਕਦਾ। ਮੇਰੇ ਘਰਦਿਆਂ ਤੋਂ ਮੇਰੀ ਵਾਈਫ ਤੋਂ ਲੋਕੀ ਬੱਚੇ ਲੁਕੋ ਲੈਂਦੇ ਸੀ ਕਿ ਮਤਲਬ ਕਿ ਇਹਨਾਂ ਦਾ ਸਾਇਆ ਨਹੀਂ ਪੈਣ ਦੇਣਾ। ਜਦੋਂ ਮੇਰੇ 5 ਮਿਸਕੈਰੇਜ ਹੋ ਗਏ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਮੈਂ ਪੂਰੀ ਤਰ੍ਹਾਂ ਡਿਪਰੈਸ਼ਨ ਵਿੱਚ ਚਲੀ ਗਈ ਸੀ। ਔਰ ਇੱਦਾਂ ਹੀ ਡਿਪਰੈਸ਼ਨ ਦੇ ਕਾਰਨ ਮੈਂ YouTube ਖੋਲ ਕੇ ਉਹਦੇ ਵਿੱਚ ਬੇਬੀ ਦੀ ਵੀਡੀਓ ਦੇਖਦੀ ਹੁੰਦੀ ਸੀ, ਕਿੱਦਾਂ ਬੱਚੇ ਨੂੰ ਸੰਭਾਲਦੀਆਂ ਨੇ ਮਾਵਾਂ। ਇੱਦਾਂ ਹੀ ਮੈਂ ਉਹ ਆਰਟੀਫਿਸ਼ਲ ਗੁੱਡੇ ਨੂੰ ਇੱਦਾਂ ਸੰਭਾਲਦੀ ਹੁੰਦੀ ਸੀ, ਉਹਨੂੰ ਫੀਡ ਦਿੰਦੀ ਹੁੰਦੀ ਸੀ, ਦੁੱਧ ਸ਼ੀਸ਼ੀ 'ਚ ਪਾ ਕੇ ਉਹਨੂੰ ਲਾਡ ਲਾਉਂਦੀ, ਇੱਦਾਂ ਹੀ ਉਹਨੂੰ ਕੱਪੜੇ ਪਵਾਉਣੇ, ਨਵਾਉਣਾ, ਇੱਦਾਂ ਹੀ ਉਹਨੂੰ ਸਵਾਉਂਦੀ ਹੁੰਦੀ ਸੀ। ਬਹੁਤ ਜ਼ਿਆਦਾ ਦੁਖੀ ਹੋ ਗਈ ਸੀ ਮੈਂ। ਫਿਰ ਮੈਂ 2020 ਵਿੱਚ 6ਵੀਂ ਵਾਰ ਪ੍ਰੈਗਨੈਂਟ ਹੋਈ। ਫਿਰ ਮੈਨੂੰ ਜਦੋਂ ਪ੍ਰੈਗਨੈਂਸੀ ਮੇਰੀ ਬਹੁਤ ਵਧੀਆ ਚੱਲਦੀ ਰਹੀ, 9th ਮੰਥ ਮੇਰੇ ਪੂਰੀ ਕਵਰ ਹੋ ਗਏ ਬਹੁਤ ਵਧੀਆ। ਤੇ ਜਦੋਂ ਮੈਨੂੰ 10ਵਾਂ ਮੰਥ ਲੱਗ ਗਿਆ ਉਦੋਂ ਮੈਨੂੰ ਪੇਨਸ ਚਾਲੂ ਹੋ ਗਈਆਂ। ਫਿਰ ਮੇਰੇ ਘਰ ਦੇ ਮੈਨੂੰ ਹਸਪੀਟਲ ਲੈ ਕੇ ਗਏ। ਹਸਪੀਟਲ ਮੇਰੀ ਡਿਲੀਵਰੀ ਹੋਈ 22 ਅਕਤੂਬਰ 2020 ਵਿੱਚ ਜਦੋਂ ਮੇਰੀ ਵਾਈਫ ਨੇ ਇੱਕ ਬੇਬੀ ਗਰਲ ਨੂੰ ਜਨਮ ਦਿੱਤਾ। ਤੇ ਜਿੱਦਾਂ ਮਤਲਬ ਕਿ ਹੋਇਆ, ਸਾਨੂੰ ਡਾਕਟਰ ਨੇ ਦੱਸਿਆ ਕਿ ਬੱਚਾ ਨੀਲਾ ਪਿਆ ਹੋਇਆ ਵਾ ਤੇ ਉਹ ਖਿੱਚ ਕੇ ਸਾਹ ਲੈ ਰਿਹਾ ਤੇ ਉਹਨੇ ਸਾਨੂੰ ਵੱਡੇ ਹਸਪੀਟਲ ਬੱਚਿਆਂ ਦੇ ਰੈਫਰ ਕਰਤਾ। ਅਸੀਂ ਉਹਨੂੰ ਬੱਚੇ ਉੱਥੇ ਲੈ ਕੇ ਗਏ ਹਸਪੀਟਲ ਦੇ ਵਿੱਚ। ਜਿੱਦਾਂ ਲੈ ਕੇ ਗਏ ਉਹਨਾਂ ਨੇ ਸੀ ਪਾਈਪ ਆਕਸੀਜਨ ਤੇ ਲਾਤਾ। ਸੀ ਪਾਈਪ ਆਕਸੀਜਨ ਤੇ 2 ਦਿਨ ਸੀ ਪਾਈਪ ਆਕਸੀਜਨ ਤੇ ਰਿਹਾ ਤੇ ਤੀਸਰੇ ਦਿਨ ਉਹਨਾਂ ਨੇ ਵੈਂਟੀਲੇਟਰ ਤੇ ਸ਼ਿਫਟ ਕਰਤਾ ਕਿ ਤੁਹਾਡੇ ਬੱਚੇ ਨੂੰ ਇਨਫੈਕਸ਼ਨ ਬਹੁਤ ਹੈਗੀ ਹੈ। ਤੇ ਜਿੱਦਾਂ ਵੈਂਟੀਲੇਟਰ ਸ਼ਿਫਟ ਕੀਤਾ, ਕਦੀ 47 ਦਿਨ ਇਦਾਂ ਵੈਂਟੀਲੇਟਰ ਤੇ ਰਹੀ। ਫਿਰ 47ਵੇਂ ਦਿਨ ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਪ੍ਰੋਬਲਮ ਆ। ਤੇ ਉਹਨਾਂ ਨੇ ਸਾਨੂੰ ਪੀਜੀਆਈ ਰੈਫਰ ਕਰਤਾ। ਪੀਜੀਆਈ ਰੈਫਰ ਕੀਤਾ ਤੇ ਉੱਥੇ ਉਹਨਾਂ ਨੇ ਫਿਰ ਬੇਟੀ ਦੇ ਟੈਸਟ ਕਰਨੇ ਸ਼ੁਰੂ ਕੀਤੇ। ਟੈਸਟ ਜਦ ਕੀਤੇ ਉਹਨਾਂ ਨੇ ਬਲੱਡ ਲਿਆ। ਉਹਨਾਂ ਨੇ ਸਾਨੂੰ ਦੱਸਿਆ ਕਿ ਹੋਲ ਐਗਜ਼ਾਮ, ਕੈਰੋਟਾਈਪਿੰਗ, DNA ਇਧਰ ਭੇਜਾਂਗੇ, ਕੀ ਪ੍ਰੋਬਲਮ ਆ। ਬਲੱਡ ਲੈਣ ਤੋਂ ਘੰਟੇ ਬਾਅਦ ਸਾਡੀ ਬੇਟੀ ਦੀ ਡੈਥ ਹੋ ਗਈ। ਅਸੀਂ ਡੈਥ ਤੋਂ ਬਾਅਦ ਬੇਟੀ ਨੂੰ ਘਰ ਵਾਪਸ ਲੈ ਕੇ ਆਏ। ਜਿਹੜੇ ਉਹਨਾਂ ਨੇ ਟੈਸਟ ਲਏ ਸੀ ਉਹਦੀ ਰਿਪੋਰਟ 1.5-2 ਮਹੀਨਿਆਂ ਬਾਅਦ ਆਈ। ਉਹਦੇ ਵਿੱਚ ਉਹਨਾਂ ਨੇ ਸਾਨੂੰ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਇਸ ਜਿਹੜੀ ਬੇਟੀ ਤੁਹਾਡੀ ਡੈਥ ਹੋਈ ਹੈ ਇਹਦੇ ਵਿੱਚ ਜੈਨੇਟਿਕ ਡਿਸਆਰਡਰ ਜਿਹੜੇ ਆ ਪੋਜ਼ਿਟਿਵ ਨਿਕਲੇ ਆ। ਡਾਕਟਰ ਨੇ ਦੱਸਿਆ ਕਿ ਤੁਹਾਡੀ ਬੇਟੀ ਦੇ ਬ੍ਰੇਨ ਦੇ ਵਿੱਚ ਇਨਫੈਕਸ਼ਨ ਵੀ ਸੀ। ਉਹ ਜਿਹੜੀ ਸਾਹ ਵਾਲੀ ਨਾੜੀ ਆ ਉਹਦੇ 'ਚ ਵੀ ਪ੍ਰੋਬਲਮ ਸੀ। ਡਾਕਟਰ ਨੇ ਸਾਨੂੰ ਦੱਸਿਆ ਕਿ ਜਿਹੜੇ ਟੈਸਟਾਂ ਦੇ ਮੁਤਾਬਿਕ ਕਿ ਤੁਹਾਡੇ ਪਹਿਲੇ ਜਿਹੜੇ ਪੰਜ ਜਿਹੜੇ ਕੇਸ ਹੋਏ ਆ ਕਿਉਂ ਖਰਾਬ ਹੋਏ, ਉਹ ਵੀ ਦੱਸਿਆ ਕਿ ਇਸੇ ਕਾਰਨ ਖਰਾਬ ਹੋਏ ਆ। ਜਿਹੜੀ ਬੇਟੀ ਪੂਰੀ ਹੋਈ ਆ ਉਹਦਾ ਵੀ ਮਤਲਬ ਕਿ ਦੱਸਿਆ ਕਿ ਇਸ ਕਾਰਨ ਪੂਰੀ ਹੋਈ ਹੈ ਕਿਉਂਕਿ ਉਹਦੇ ਵਿੱਚ ਜੈਨੇਟਿਕ ਪ੍ਰੋਬਲਮ ਸੀਗੀ। ਅੱਗੇ ਵੀ ਜਿਹੜਾ ਬੱਚਾ ਹੋਊਗਾ ਤੇ ਉਹ ਵੀ ਜਾਂ ਮਤਲਬ ਕਿ ਪੇਟ ਦੇ ਵਿੱਚ ਹੀ 2-3 ਮਹੀਨਿਆਂ ਵਿੱਚ ਹੀ ਮਤਲਬ ਕਿ ਜਿਹੜੀ ਤੁਹਾਡੀ ਪ੍ਰੈਗਨੈਂਸੀ ਉਹ ਖਰਾਬ ਹੋ ਜਾਏਗੀ। ਈਵਨ ਡਾਕਟਰ ਨੇ ਸਾਨੂੰ ਇਹ ਵੀ ਕਹਿ ਦਿੱਤਾ ਸੀ ਕਿ ਜਦੋਂ ਗਾਂ ਜੇ ਤੁਹਾਡੀ ਪ੍ਰੈਗਨੈਂਸੀ ਸਿਰੇ ਚੜ੍ਹਦੀ ਆ, ਪੂਰੀ ਹੁੰਦੀ ਆ, 9 ਮਹੀਨੇ ਪੂਰੇ ਹੁੰਦੇ ਬੱਚਾ ਜਨਮ ਲੈ ਲੈਂਦਾ, ਉਹ ਮੈਂਟਲੀ ਡਿਸਆਰਡਰ ਵੀ ਹੋ ਸਕਦਾ ਹੈ, ਅੰਗਹੀਨ ਵੀ ਹੋ ਸਕਦਾ ਹੈ। ਤਾਂ ਫਿਰ ਉਹ ਕਹਿੰਦੇ IVF ਵੀ ਜੇ ਤੁਸੀਂ ਕਰਾਓਗੇ, IVF ਦੇ ਵਿੱਚ ਵੀ ਸ਼ਾਇਦ ਹੀ ਤੁਹਾਡੇ ਮਤਲਬ ਕਿ ਬੇਬੀ ਹੋਵੇ, ਸ਼ਾਇਦ ਮਤਲਬ ਕਿ 10% ਵੀ ਚਾਂਸ ਨਹੀਂ ਕਿ ਤੁਹਾਡੇ ਮਤਲਬ ਕਿ ਠੀਕ ਹੋ ਸਕਦਾ ਬੇਬੀ। ਮੈਂ ਹੁਣ ਬੇਬੀ ਉਦੋਂ ਮੈਂ ਕਹਿੰਦੀ ਸੀ ਕਿ ਮੈਂ ਬੇਬੀ ਕਰਨਾ ਹੀ ਨਹੀਂ ਹੈਗਾ। ਮੇਰਾ ਸਰੀਰ ਵੀ ਇੰਨੇ ਜੋਗਾ ਨਹੀਂ ਸੀ ਕਿਉਂਕਿ ਮੇਰੇ ਸਰੀਰ ਵਿੱਚ ਬਹੁਤ ਵੀਕਨੈਸ ਆ ਚੁੱਕੀ ਸੀ ਤੇ ਮੇਰਾ ਸਰੀਰ ਇੰਨੇ ਜੋਗਾ ਨਹੀਂ ਸੀ ਕਿ ਮੈਂ ਪ੍ਰੈਗਨੈਂਸੀ ਵੀ ਕਰ ਪਾਵਾਂ। ਬੱਚਾ ਨਾ ਹੋਣ ਕਰਕੇ ਮੇਰੀ ਤੇ ਮੇਰੀ ਵਾਈਫ ਦੀ ਜ਼ਿੰਦਗੀ ਬਹੁਤ ਨਾਰਾਜ਼ ਸੀਗੀ। ਫਿਰ ਇੱਕ ਦਿਨ ਸਾਨੂੰ ਸਾਡੇ ਗਵਾਂਢੀਆਂ ਨੇ ਕਿਹਾ ਕਿ ਤੁਸੀਂ ਇੰਨੇ ਜਗ੍ਹਾ ਤੇ ਘੁੰਮ ਲਿਆ, ਤੁਸੀਂ ਇੱਕ ਵਾਰੀ ਸਾਡੇ ਨਾਲ ਖਾਂਬੜੇ ਚਰਚ ਚੱਲੋ, ਉੱਥੇ ਪ੍ਰਭੂ ਬਹੁਤ ਵੱਡੇ ਕੰਮ ਕਰਦਾ, ਸਾਰਿਆਂ ਦੀ ਸੁਣਦਾ, ਤੁਹਾਡੀ ਵੀ ਸੁਣੇਗਾ। ਜਦੋਂ ਅਸੀਂ ਪਹਿਲੇ ਵਾਰੀ ਆਏ ਸਾਨੂੰ ਉੱਥੇ ਅਸੀਂ ਦੇਖਿਆ, ਅਸੀਂ ਗਵਾਹੀਆਂ ਸੁਣੀਆਂ, ਸਾਨੂੰ ਬਹੁਤ ਵਧੀਆ ਲੱਗਾ। ਅਸੀਂ ਫਿਰ ਲਗਾਤਾਰ ਖਾਂਬੜਾ ਚਰਚ ਨਾਲ ਜੁੜੇ ਰਹੇ। ਅਸੀਂ ਫਿਰ ਪਰਮੇਸ਼ਵਰ ਦੇ ਵਚਨ ਨੂੰ ਫੋਲੋ ਕਰਨਾ ਸ਼ੁਰੂ ਕੀਤਾ। ਸੰਡੇ ਥਰਸਡੇ ਦੇ ਨਾਲ ਅਸੀਂ ਫਿਰ ਲਗਾਤਾਰ ਪ੍ਰੇਅਰ ਮਾਊਂਟੇਨ ਦੀ ਮੀਟਿੰਗ ਵੀ ਅਟੈਂਡ ਕਰਦੇ ਰਹੇ। 8 ਫਰਵਰੀ 2022 ਨੂੰ ਅਸੀਂ ਆਪਣੇ ਘਰ ਵਿੱਚ ਪ੍ਰੇਅਰ ਮਾਊਂਟੇਨ ਦੀ ਮੀਟਿੰਗ ਦੇਖ ਰਹੇ ਸੀ ਤੇ ਫਿਰ ਪਰਮੇਸ਼ਵਰ ਦੇ ਦਾਸ ਜੀ ਨੇ ਪ੍ਰੋਫੈਟਿਕ ਵਰਡ ਉਹਨਾਂ ਭੈਣਾਂ ਲਈ ਦਿੱਤੇ ਜਿਨ੍ਹਾਂ ਘਰ ਬੇਬੀ ਨਹੀਂ ਸੀ।
मैं क्या देख रहा हूं? पवित्र आत्मा मुझे एक काम करने के लिए बोल रहे हैं। वो कह रहे हैं जितने भी बच्चे रहित, जो बच्चे नहीं, जिन औरतों के, जितने मुझे देख रहे हैं ऑनलाइन और जो यहां पे हैं, जो प्रार्थना रिक्वेस्ट में हैं, वो एक काम करें, अपने दोनों हाथों को इस तरह से उठाएं जैसे आपके हाथ में कोई बच्चा पकड़ा हो। इस तरह से दोनों अपने हाथों को पकड़े जिनके पास बेबी नहीं, और खुदाबंद को बोले, परमेश्वर इस बेबी के लिए मैं तेरा थैंक्स करती हूँ, मैं इस बेबी को तेरे लिए डेडिकेट करती हूँ, इस बेबी के लिए मैं तेरा थैंक्स करती हूँ। और परमेश्वर जब तू ये बेबी मेरे गर्भ के जरिए मुझे दे देगा तो मैं तेरी महिमा के लिए उसे दे दूंगी। इस तरह से प्रार्थना करो जो बच्चा रहित लेडीज हैं, क्योंकि मैं देख रहा हूं 2022 में ही वो आपके गर्भ को फिल करेगा, वो आपके लाइफ को फिल करेगा, वो आपके गर्भ को फिल करेगा। बहुत से आत्मिक और शारीरिक बच्चे जन्म लेंगे 2022 में। बहुत से आत्मिक बच्चे, शारीरिक बच्चे जन्म लेंगे 2022 में। ਤੇ ਅਸੀਂ ਜਦੋਂ ਉਸ ਪ੍ਰਾਰਥਨਾ ਨੂੰ, ਸਮਰਥੀ ਪ੍ਰਾਰਥਨਾ ਨੂੰ ਰਿਸੀਵ ਕੀਤਾ ਤੇ ਅਸੀਂ ਦੋਵੇਂ ਬਹੁਤ ਖੁਸ਼ ਸੀ ਕਿ ਇਹ ਵਰਡ ਸਾਡੇ ਵਾਸਤੇ ਹੀ ਬੋਲੇ ਗਏ ਨੇ। ਜਦੋਂ ਅਸੀਂ ਅਗਲੇ ਦਿਨ ਸਵੇਰੇ ਉੱਠੇ ਸਾਡੇ ਅੰਦਰ ਅਲੱਗ ਹੀ ਖੁਸ਼ੀ ਸੀ, ਅਲੱਗ ਹੀ ਇੱਕ ਸ਼ਾਂਤੀ ਸੀ। ਫਿਰ ਅਗਲੇ ਦਿਨ ਮੇਰੀ ਵਾਈਫ ਨੇ ਜਦੋਂ ਪ੍ਰੈਗਨੈਂਸੀ ਟੈਸਟ ਕੀਤਾ, ਉਹ ਟੈਸਟ ਪੋਜ਼ਿਟਿਵ ਸੀ। ਫਿਰ 6 ਸਤੰਬਰ 2022 ਨੂੰ परमेश्वर ने सानू विआह तो 8 साल बाद हैल्थी बेबी बॉय नाल ब्लैस किया। हुण साडा बेबी जो कि 5 महीने का हो चुका है, बहुत हैल्दी है, बहुत एक्टिव है। जिन्ना भैणा भरावां घर बेबी नहीं है, मैं उन्होंने ये कहना चाहना, परमेश्वर ते भरोसा रखो। परमेश्वर ने मैनू 8 साल बाद बेबी बॉय नाल ब्लैस किया, वो तुहानू भी बेबी नाल ब्लैस करेगा। ਹੁਣ ਅਸੀਂ ਆਪਣੇ ਬੇਟੇ ਨਾਲ ਅਸੀਂ ਬਹੁਤ ਖੁਸ਼ ਹਾਂ। ਇਸ ਵੱਡੀ ਆਸ਼ੀਸ਼ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਪ੍ਰਭੂ ਦੇ ਦਾਸ ਜੀ ਦਾ ਵੀ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਕੀ। जैसे कि बाइबल में लिखा है, मैं तुम्हारा चंगा करने वाला यहोवा राफा हूँ। तो आइए हम देखते हैं कि कैसे परमेश्वर ने यह वचन एक डॉक्टर के जीवन में पूरा किया और उन्हें चंगा किया। सबको जय मसीह की। मेरा नाम डॉक्टर नीलम सिंह है। मैं मध्य प्रदेश भोपाल की रहने वाली हूँ। आज मैं अपने जीवन की अद्भुत गवाही देने जा रही हूँ। 25 जुलाई 2022 की बात है। मैं अपने हॉस्पिटल में मेडिकल कॉलेज के ओटी में ऑपरेट कर रही थी। ऑपरेट करते करते मुझे चक्कर से आने लगे, वीकनेस लगी, मैं बैठ गई। फिर मैंने ऑपरेशन ख़त्म किया किस तरह और अपने रूम में गई। रूम में जाने के बाद मुझे ऐसा लगा कि मुझे लेफ़्ट साइड में काफ़ी वीकनेस है, हाथ में वीकनेस हो रही थी, मोबाइल नहीं पकड़ पा रही थी और चलने में भी मुझे थोड़ा सपोर्ट लेना पड़ रहा था। मुझे ऐसा लगा कि कुछ प्रॉब्लम है। पहले लगा शायद थकान से होगा, लेकिन उसके बाद वो बढ़ता गया। तो मैंने अपने फिजिशियंस को कंसल्ट किया। ऐसा सस्पेक्ट किया उन्होंने कि हेमरेज हो सकता है और इसलिए एमआरआई बहुत ज़रूरी था। जब डॉक्टर ने एमआरआई की तो एमआरआई की रिपोर्ट में ब्रेन हेमरेज आया। ब्रेन हेमरेज आने के कारण थोड़ी क्रिटिकल कंडीशन मानी गई और मुझे आईसीयू में एडमिट किया। आईसीयू में मेरा सारा ब्रेन हेमरेज के हिसाब से ट्रीटमेंट शुरू हुआ। मुझे आईवी स्टार्ट किया गया, इंजेक्शंस लगे, कैथेटराइजेशन किया गया। ब्रेन हेमरेज की वजह से मेरा लेफ़्ट साइड पैरालाइज हो गया था, ख़ास तौर से हाथ और पैर और कमर का हिस्सा। मेरे मुंह सुन्न हो गया था। मेरे पूरे बॉडी में बहुत तकलीफ़ थी, दर्द काफ़ी था और इस कारण से मेरी कंडीशन क्रिटिकल थी। मैं कोई भी अपना काम प्रॉपरली नहीं कर पाती थी। वीकनेस मेरे पूरे बॉडी में थी। मुझे पाइप डाला हुआ था यूरिन के लिए। 11 दिन के लगभग मैं आईसीयू में थी। आईसीयू में मेरे भाई भाभी मेरी टेक केयर करते थे। जब 11 दिनों बाद मैं घर आई तो मैं एक तो हार्ड बेड पे सोती थी, सॉफ्ट बेड पे मैं सो नहीं सकती थी क्योंकि मुझे पूरे शरीर में दर्द होता था। करवट में तब भी नहीं ले पा रही थी। मुझे एक असिस्टेंट चाहिए होता था जो मुझे करवट दिला सके।
मैं अपने आप को बहुत हैंडीकैप महसूस कर रही थी, क्योंकि मैं अपने आप से उठ के बाथरूम नहीं जा सकती थी, लेटरिन नहीं जा सकती थी, और नहा तो सकती नहीं थी क्योंकि मैं हाथ ही मूव नहीं कर सकती थी। हाथ मूव करने में मुझे बहुत पेन होता था। तो उस समय मुझे लोग पकड़ के ले जाते थे, बाथरूम में बिठा देते थे और फिर लेके आते थे। नहाना तो मेरा संभव ही नहीं था। लगभग मैंने 2 महीने तक नहाया नहीं। मैं सोचती थी कि मैं आज अपने शरीर की देखभाल नहीं कर पा रही हूँ, मैं उठ के नहा नहीं पा रही हूँ, साफ नहीं कर पा रही हूँ, मैं कितनी मजबूर हूँ। तो घर में मुझे ऐसा महसूस होता था कि मैं दूसरों पर आश्रित हूँ, बोझ हूँ, क्योंकि मैं अपने आप से कुछ कर नहीं पा रही थी। छोटे छोटे काम के लिए मुझे किसी न किसी को बुलाना पड़ता था या सहारा लेना पड़ता था। जब मैं बीमार थी और पैरालाइज थी तो मैंने अपने बच्चों को अपनी बीमारी के बारे में नहीं बताया, क्योंकि वो लोग बाहर थे। मुझे ऐसा लगता था कि मेरी बीमारी की बात सुन के वो लोग बहुत परेशान हो जाएंगे और इतनी जल्दी आना संभव भी नहीं है। जब मेरे बच्चों को मेरे पैरालिसिस के अटैक के बारे में पता चला तो वो लोग बहुत परेशान हो गए। मैंने फिजियोथेरेपी भी करवाई 4-5 बार, लेकिन उतना फ़ायदा नहीं हुआ मुझे। पैरालिसिस के अटैक के कारण मेरे गालों में भी नमनेस थी, यानी कमज़ोरी और सुन्नपन। तो खाना चबाने और निगलने में मुझे परेशानी होती थी। इस बीमारी की वजह से मेरी सारी लाइफ डिस्टर्ब हो गई थी और मैं लेटे लेटे सोचती थी कि कब मैं पहले की तरह नॉर्मली हॉस्पिटल जाऊंगी, पेशेंट देख सकूंगी, राउंड ले सकूंगी, ऑपरेट कर सकूंगी। मेरे अंडर बहुत सारे डॉक्टर्स थे, मेरे अंदर पीजी स्टूडेंट्स थे जो थीसिस कर रहे थे, उनको गाइड करना, क्लासेस लेना, मेरे ये सारे काम रुक गए थे, क्योंकि मैं हर चीज़ के लिए डिपेंडेंट थी। मैं कार ड्राइव नहीं कर सकती थी, मैं कहीं घूम नहीं सकती थी, अपने काम नहीं कर सकती थी। मैं काफ़ी मेंटली डिस्टर्ब फील करती रहती थी। जब मैं पूरी तरह बेड पर थी, मेरा भरोसा परमेश्वर पे था, क्योंकि मैं अंकुर नरूला मिनिस्ट्री से काफ़ी समय से जुड़ी थी, 17 से। मैंने कई लोगों को ठीक होते हुए देखा था, चंगाई देखी थी। मैं लगातार मिनिस्ट्री से जुड़ी रही, प्रेयर माउंटेन की प्रेयर देखती रही। इस तरह मेरा विश्वास बढ़ता गया और मुझे विश्वास रहा कि एक दिन मैं पूरी तरह से चंगी हो जाऊंगी। 18 दिसंबर 22 को मैं अपने 2 रिलेटिव्स के साथ भोपाल से खामरा चर्च आई। वो दोनों रिलेटिव्स मुझे सहारा देकर इमरजेंसी सेक्शन में ले गए, क्योंकि मैं प्रॉपरली चल नहीं पा रही थी। उस दिन पैरालाइज पेशेंट के लिए परमेश्वर के दास ने खास प्रार्थना की, उसे मैंने अपने लिए रिसीव किया। अपने हाथों को उठाओ, प्रार्थना करता हूँ। जितने लोग गठिए के रोगी हैं, एक्सीडेंटल रोगी हैं, अधरंगी के रोगी हैं, अधरंग एक्सीडेंटल रोग उनकी बॉडी को छोड़ के चला जाए। उस दिन टीम ने मेरे ऊपर एनॉइंटिंग ऑयल भी अप्लाई किया। उसी टाइम पवित्र आत्मा ने मुझे छुआ। उसी समय मैंने अपने आप को चेक किया तो मेरा लेफ्ट साइड जो काम नहीं कर रहा था, हैंड और लेग का, वो हाथ भी उठने लगा और पैर भी मेरा काम करने लगा। उस समय मैं अपने आप बहुत खुश थी और मुझे विश्वास नहीं हो रहा था कि मेरा हाथ काम करने लगा इतनी अच्छी तरह से। उस दिन के बाद मेरी रिकवरी होनी शुरू हो गई। अब मैं पूरी तरह से ठीक हूँ, मैं कार खुद ड्राइव कर सकती हूँ, मैं ऑपरेशंस कर सकती हूँ, मैंने अपना हॉस्पिटल ज्वाइन कर दिया, मैं अपने हॉस्पिटल के सारे काम कर सकती हूँ और मैं बहुत खुश हूँ। आज के समय में मुझे किसी के सहारे की ज़रूरत नहीं है। मैं खुद नहा सकती हूँ, खुद कपड़े पहन सकती हूँ, टॉयलेट जा सकती हूँ और अपने सारे काम खुद कर सकती हूँ। मैं जिस हॉस्पिटल में काम करती हूँ, डॉक्टर्स देख के बोलते हैं, मैडम बिलीव नहीं हो रहा कि इतनी जल्दी कोई रिकवर हो सकता है। उसके लिए सब लोगों को काफ़ी आश्चर्य है। वो कहते हैं कि ये डेफिनेटली गॉड्स ग्रेस है। जो पेशेंट्स बेड पर हैं काफ़ी समय से, जिनका इम्प्रूवमेंट नहीं हो रहा है, पैरालाइज है या कोई और बीमारी है, मेरा यही कहना है कि वो प्रभु यीशु पर विश्वास रखे। वो हमें चंगाई प्रदान करता है, वो हमारा मेडिकल डॉक्टर है, वो हमारा वैद्य है और हमारे हर रोग को ठीक करने का सामर्थ्य रखता है। जैसे प्रभु यीशु ने मुझे चंगाई दी है, निश्चित रूप से उनको भी चंगाई देंगे। मैं इस अद्भुत चंगाई के लिए प्रभु का धन्यवाद करती हूँ और प्रभु के दास अपोस्टल अंकुर यूसुफ नरूला जी का धन्यवाद करती हूँ। सबको जय मसीह की। तारीफ करें जोर से, सत्तर तालियों के साथ और जोर से परमेश्वर की तारीफ करें उसकी हजूरी के लिए जोर से। पकड़ू यीशु के करीब ले जाओ, पकड़ू यीशु के करीब ले जाओ,
ईमान में बढ़ा जीना सिखा, ईमान में बढ़ा जीना सिखा, सच्चाई की राहों